ਪਿਆਰੇ ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਮੁਹੰਮਦ ਖਾਲਿਦ ਨੇ। ਉਹਨਾਂ ਨਾਲ ਗੱਲ ਕਰਾਂਗੇ ਕਿ ਯੂਕਰੇਨ ਦੇ ਉੱਪਰ ਰੂਸ ਨੇ ਜਿਹੜਾ ਹਮਲਾ ਕੀਤਾ ਉਹ ਹਮਲਾ ਕਿਉਂ ਕੀਤਾ। ਇਸ ਹਮਲੇ ਨਾਲ ਕੋਈ ਮਸਲਾ ਹੱਲ ਹੋਏਗਾ? ਜਿਵੇਂ ਕਿਸੇ कवि ने किया, जंग तो खुद एक मसला है, जे मसलों का क्या हल होगी। मतलब ये मसले कोई हल होंगे? मतलब एक क्यों मामला इस नौबत क्यों आई इस हमले की कि यूक्रेन नूं अपनी ताकत की गलत फहमी होगी ਜਾਂ ਨਾਟੋ देशों ने उन्होंने पछला लिया भी असी तेरी मदद ते आ जाएंगे, तू परवाह ना कर रूस की। तो यह भी कहा जाता है कि जो रूस कई हिस्सों वंडिया गया सी उदों एक अंडरस्टैंडिंग बनी सी कि नाटो जिहड़े आ वो इहदे विच दखल नहीं देणगे ते नाटो का दखल अंदाजी करके हमला होया। प्रैस साहब इहदे बारे दसो की मतलब मामला होया। देखो, सब तो पहली तो चीज़ है कि कोई भी कंट्री किसी दूसरे कंट्री दे इंटरनल मामलों दे विच हस्तक्षेप करता है या मिलिटरी इंटरवेंशन करता है, ओदी निंदा होनी चाहिए। ठीक। और उस चीज़ नूं इंटरनेशनल कम्युनिटी द्वारा कंडेम करना चाहिए है कि ਜਾਂ डिप्लोमेसी या डिप्लोमैटिक चैनल्स अवेलेबल होन ਤਾਂ मिलिटरी ऑप्शंस ਜਿਹੜੀ ਹੈਗੀ ਹੈ ਉਹ ਨਹੀਂ ਹੋਣੀ ਚਾਹੀਦੀ। ਹੁਣ ਦੂਸਰੀ ਤੁਸੀਂ ਗੱਲ ਜਿਹੜੀ ਕੀਤੀ ਹੈ ਕਿ ਹਮਲਾ ਕਿਉਂ ਕੀਤਾ। ਹਾਂਜੀ, ਦੇਖੋ, ਜਿਸ ਵੇਲੇ ਕੋਲਡ ਵਾਰ ਖਤਮ ਹੋ ਗਈ ਔਰ ਉਸ ਤੋਂ ਬਾਅਦ ਵਾਰਸਾ ਪੈਕਟ ਜਿਹੜਾ ਕਿ ਰਸ਼ੀਆ ਦਾ ਮਿलिट्री ਅਲਾਈਅੰਸ था ਸੋਵੀਅਤ ਯੂਨੀਅਨ ਦਾ, ਉਹ ਖਤਮ ਹੋ ਗਿਆ। ਔਰ ਉਸ ਤੋਂ ਬਾਅਦ ਨੈਟੋ ਜਿਹੜੀ ਸੀਗੀ ਉਹਦਾ ਜਿਹੜਾ ਮਿलिट्री ਪੱਖ घटता चला गया तो दूसरी कोऑपरेशन बढ़ती चली गई। ठीक। लेकिन नैटो कायम रही और नैटो अपने आप को एक्सपेंड भी करती रही। कई होर कंट्री भी नैटो दे विच शामिल हो गए, ये सोच के भी होने मिलिट्री अलायंस तो है नहीं लेकिन एक सिक्योरिटी जरूर मिलेगी, ट्रेड कोऑपरेशन होएगी, पैसा पूसा मिलता रहूगा, सारे वैसटर्न कंट्रीज दे मैंबर हैं। तो ਜਿਹੜੇ सेंट्रल एशियन रिपब्लिक्स हैं उन्हां विचों भी कई ने ਜਿਹੜਾ ਸੀਗਾ ਵੈਸਟਰਨ ਕੰਟਰੀਜ਼ ਦੇ ਨਾਲ ਕੋਆਪਰੇਸ਼ਨ ਵਧਾਈ। यूक्रेन ਜਿਹੜਾ ਹੈਗਾ, यूक्रेन बिल्कुल बॉर्डर ਤੇ ਹੈ और यूक्रेन ਦੇ ਵਿੱਚ ਕਾਫੀ ਰਸ਼ੀਅਨ ਪਾਪੂਲੇਸ਼ਨ ਵੀ ਰਹਿੰਦੀ ਹੈ, ਖਾਸ ਤੌਰ ਪਰ ਈਸਟਰਨ यूक्रेन ਦੇ ਵਿੱਚ। ਹਾਂਜੀ। ਔਰ ਇਸੇ ਤਰੀਕੇ ਦੇ ਨਾਲ यूक्रेन ਦੀ ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ ਰਸ਼ੀਆ ਦੇ ਵਿੱਚ ਵੀ ਰਹਿੰਦੀ ਹੈ ਔਰ ਜਾਂਦੇ ਆਉਂਦੇ ਰਹਿੰਦੇ ਹੈ, ਕਲੋਜ਼ ਰਿਲੇਸ਼ਨਸ਼ਿਪ ਰਹੀ ਹੈ। यूक्रेन ने जिस वेले ये सोचा कि मैं भी नैटो का पार्ट बनना है तो ਉਹਦੀ ਆਪੋਜੀਸ਼ਨ ਜਿਹੜੀ ਸੀਗੀ ਉਹ ਰਸ਼ੀਆ ਨੇ ਕੀਤੀ। ਔਰ ਇਹ ਆਪੋਜੀਸ਼ਨ ਜਿਹੜੀ ਸੀਗੀ ਵਜ੍ਹਾ ਕੀ ਸੀਗੀ? ਰਸ਼ੀਆ ਕਹਿੰਦਾ ਵੀ ਜੇ ਨੈਟੋ ਬਿਲਕੁਲ ਸਾਡੇ ਬਾਰਡਰ ਤੇ ਆ ਕੇ ਬੈਠ ਗਈ ਤਾਂ ਸਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਵਾਸਤੇ ਖਤਰਾ ਹੈ, ਤਾਂ ਸਾਡੀ ਸਿਕਿਉਰਿਟੀ ਵਾਸਤੇ ਖਤਰਾ ਹੈ। ਤੁਹਾਨੂੰ ਜੰਮੂ ਸਾਹਿਬ ਇੱਕ ਮੈਂ ਯਾਦ ਦਿਲਾਵਾਂ ਕਿ 1962 ਦੇ ਵਿੱਚ ਇੱਕ ਕਿਊਬਨ ਮਿਜ਼ਾਈਲ ਕ੍ਰਾਈਸਿਸ ਹੋਇਆ ਸੀਗਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਹੋਇਆ ਸੀ। ਉਹ ਬਿਲਕੁਲ ਇਸੇ ਤਰ੍ਹਾਂ ਦੀ ਸਿਚੁਏਸ਼ਨ ਸੀ ਕਿ ਜਿਹੜਾ ਕੈਰੀਬੀਅਨ ਸੀ ਦੇ ਵਿੱਚ ਕਿਊਬਾ ਕੰਟਰੀ ਹੈਗਾ, ਜਿਹੜਾ ਕਿ ਫਲੋਰੀਡਾ ਦੇ ਨੇੜੇ ਹੈ ਜਾਂ ਕਹਿ ਲੋ ਮਤਲਬ ਉਹ ਤੋਂ 90 ਮਾਈਲ ਹੀ ਪੈਂਦਾ ਅਮਰੀਕਾ। ਉਦੋਂ ਰਸ਼ੀਆ ਨੇ ਸੋਵੀਅਤ ਯੂਨੀਅਨ ਨੇ ਆਪਣੇ ਮਿਜ਼ਾਈਲ ਉੱਥੇ ਫਿਕਸ ਕਰਤੇ ਸੀਗੇ। ਹਾਂਜੀ। ਔਰ ਅਮਰੀਕਾ ਨੇ ਕਿਹਾ ਸੀਗਾ, ਅਮਰੀਕਾ ਨੇ ਸਾਰਾ ਕਿਊਬਾ ਜਿਹੜਾ ਸੀਗਾ ਉਹਨੂੰ ਚਾਰੋਂ ਪਾਸਿਓਂ ਘੇਰ ਲਿਆ ਸੀਗਾ 1962 ਦੇ ਵਿੱਚ। ਉਹਨੂੰ ਕਿਊਬਨ ਮਿਜ਼ਾਈਲ ਕ੍ਰਾਈਸਿਸ ਕਿਹਾ ਜਾਂਦਾ ਹੈ, ਜਿਹਦੇ ਵਿੱਚ ਫਿਰ ਬਲੌਕੇਡ ਕਰਤਾ ਜਿਸ ਵੇਲੇ ਨੇਵਲ ਬਲੌਕੇਡ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕੁਝ ਨਹੀਂ ਅੰਦਰ ਬਾਹਰ ਆਉਣ ਜਾਣ ਦੇਣਾ ਜਦ ਤੱਕ ਸੋਵੀਅਤ ਯੂਨੀਅਨ ਆਪਣੇ ਮਿਜ਼ਾਈਲ ਵਿਡਰਾ ਨਹੀਂ ਕਰੇਗਾ। ਔਰ ਸੋਵੀਅਤ ਯੂਨੀਅਨ ਨੇ ਆਪਣੇ ਮਿਜ਼ਾਈਲ ਵਿਡਰਾ ਕਰਨੇ ਪਏ ਸੀਗੇ। ਹਾਂਜੀ। ਇਹੀ ਸਿਚੁਏਸ਼ਨ ਹੁਣ यूक्रेन ਦੀ ਹੈ। यूक्रेन ਦੇ ਵਿੱਚ ਆਪਣੇ ਨੈਟੋ ਆਉਣਾ ਚਾਹੁੰਦਾ ਹੈ, ਰਸ਼ੀਆ ਕਹਿੰਦਾ ਮਤਲਬ ਹੀ ਕੋਈ ਨਹੀਂ, ਇਹ ਸਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਦਾ ਸਵਾਲ ਹੈ। ਜਿਸ ਵੇਲੇ ਡਿਪਲੋਮੈਟਿਕ ਚੈਨਲਸ ਫੇਲ ਹੋ ਗਏ ਤਾਂ ਰਸ਼ੀਆ ਨੇ ਹੁਣ ਉਹਦੇ ਪਰ ਅਟੈਕ ਕਰਤਾ ਔਰ ਅਟੈਕ ਕਰਕੇ ਜਿਹੜਾ यूक्रेन ਹੈ ਉਹ ਕਹਿੰਦਾ ਅਸੀਂ 50 ਆਕੂਪਾਈਂਗ ਫੋਰਸਿਸ ਦੇ ਬੰਦੇ ਮਾਰਤੇ ਔਰ ਸਾਡੇ 8 ਬੰਦੇ ਜਾਂ 9 ਬੰਦੇ ਮਰ ਗਏ। ਔਰ ਰਸ਼ੀਆ ਕਹਿੰਦਾ ਕਿ ਅਸੀਂ ਇਹਨਾਂ ਦਾ ਜਿਹੜਾ ਆਪਣੇ ਹਵਾਈ ਅੱਡੇ ਹੈਗੇ ਆ ਉਹ ਕਈ ਤਬਾਹ ਕਰਤੇ ਹੈ। ਇਹ ਸਿਚੁਏਸ਼ਨ ਬੜੀ ਐਸਕੇਲੇਟਿੰਗ ਹੈ, ਹੋਰ ਜ਼ਿਆਦਾ ਅੱਗੇ ਵੱਧ ਸਕਦੀ ਹੈ।
ਅਗਰ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਆ ਕੇ ਵਿੱਚ ਬਚਾਓ ਕਰਕੇ ਇਸ ਕ੍ਰਾਈਸਿਸ ਦਾ ਹੱਲ ਨਹੀਂ ਲੱਭੇਗੀ। ਪ੍ਰੈਸ ਸਾਹਿਬ, ਮੈਂ ਤੇ ਤੁਹਾਨੂੰ ਰੋਕਦਾ, ਗੱਲ ਇਹ ਆ ਵੀ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਜਿਹੜਾ ਰਸ਼ੀਆ ਉਹਨੇ ਇਸ ਗੱਲ ਦੇ ਉੱਪਰ ਆਪਣੀ ਪੋਜੀਸ਼ਨ ਜਿਹੜੀ ਉਹ ਲਗਾਤਾਰ ਸਪਸ਼ਟ ਕਰਦਾ ਹੈ ਵੀ ਜੇ ਇਹ ਨਾਟੋ 'ਚ ਜਾਏਗਾ, ਜੇ ਸਾਡੇ ਖਿਲਾਫ ਜਾਏਗਾ ਤਾਂ ਅਸੀਂ ਆਹ ਜਿਹੜੀ ਕਾਰਵਾਈ ਕਰਾਂਗੇ। ਘੱਟੋ ਘੱਟ 10 ਦਿਨ ਹੋ ਗਏ ਜਿਹੜਾ ਬਿਲਡਅਪ ਜਿਹੜਾ ਰਸ਼ੀਆ ਕਰ ਰਿਹਾ ਸੀਗਾ ਬਾਰਡਰ ਦੇ ਉੱਪਰ, ਤੇ ਉਹਨੇ 2 ਦਿਨ ਪਹਿਲਾਂ ਉਹਦੇ ਜਿਹੜੇ ਦੋਨੇ ਸੂਬੇ ਉਹਨਾਂ ਨੂੰ ਵੱਖਰੇ ਦੇਸ਼ਾਂ ਵਜੋਂ ਮਾਨਤਾ ਦੇ ਦਿੱਤੀ ਸੀ। ਇਹ ਸਾਰੇ ਮਾਮਲੇ ਦੇ ਵਿੱਚ ਨਾਟੋ ਜਿਹੜੇ ਆ ਤੇ ਸੰਯੁਕਤ ਰਾਸ਼ਟਰ ਨੇ ਨਖੇਦੀ ਜ਼ਰੂਰ ਕੀਤੀ, ਪਰ ਉਹਦੇ ਪ੍ਰੈਕਟੀਕਲੀ ਯੂਕਰੇਨ ਦੀ ਕੋਈ ਮਦਦ ਨਹੀਂ ਕਰ ਸਕੇ। ਜਿਹੜਾ ਯੂਕਰੇਨ ਆ, ਜਿੰਨੀ ਕਿ ਮੈਂ ਸੁਣੀਆਂ ਨਿਊਜ਼ ਸੁਣੀਆਂ ਖਬਰਾਂ ਸੁਣੀਆਂ, ਉਹਨਾਂ ਨੇ ਉਹਦਾ ਰਡਾਰ ਸਿਸਟਮ ਖਤਮ ਕਰ ਦਿੱਤਾ। ਇਸ ਕਰਕੇ ਅੱਜ ਕੱਲ ਰਡਾਰ ਸਿਸਟਮ ਨਾਲ ਬਹੁਤ ਜ਼ਿਆਦਾ ਸਿਸਟਮ, ਜਹਾਜ਼, ਮਜਾਇਲਾਂ, ਸਾਰਾ ਕੁਝ ਰਡਾਰ ਸਿਸਟਮ ਨਾਲ ਚੱਲਦਾ। ਜੇ ਰਡਾਰ ਸਿਸਟਮ ਖਰਾਬ ਹੋ ਗਿਆ, ਖਤਮ ਕਰ ਦਿੱਤਾ ਗਿਆ, ਤੇ ਉਹ ਜਵਾਬੀ ਹਮਲੇ ਤਾਂ ਮੈਂ ਇੱਕ ਵੀ ਹਮਲਾ ਨਹੀਂ ਸੁਣਿਆ ਯੂਕਰੇਨ ਨੇ ਰੂਸ ਵਾਲੇ ਪਾਸੇ ਕੀਤਾ ਜਾਵੇ। ਜਿਹੜੀ ਹਵਾਈ ਹਮਲੇ ਆ ਉਹ ਕੇਵਲ ਰੂਸ ਦੇ ਆ, ਤੇ ਉਹਦੇ ਨਾਲ ਇਹ ਹਮਲੇ ਇੰਨੇ ਆ ਕਿ ਯੂਕਰੇਨ ਦੇ ਵਿੱਚੋਂ, ਕੀਵ ਦੇ ਵਿੱਚੋਂ, ਹੋਰ ਹਿੱਸਿਆਂ ਦੇ ਵਿੱਚੋਂ ਲੋਕ ਜਿਹੜੇ ਆ ਦੂਜੇ ਪਾਸੇ ਨੂੰ ਭੱਜਣ ਲੱਗੇ ਆ, ਦੂਜੇ ਦੇਸ਼ਾਂ ਵੱਲ ਨੂੰ ਜਾਣ ਲੱਗੇ ਆ। ਇਹ ਕੀ ਸਥਿਤੀ ਹੈ? ਮੇਰੇ ਖਿਆਲ ਇਹ ਬੈਲੈਂਸ ਨਹੀਂਗਾ। ਯੂਕਰੇਨ ਤੇ ਰਸ਼ੀਆ ਦਾ ਕਿਸੇ ਥਾਂ ਦੇ ਉੱਪਰ ਮੁਕਾਬਲਾ ਨਹੀਂ। ਰੂਸ ਬਹੁਤ ਉੱਪਰ ਹੈ ਤੇ ਯੂਕਰੇਨ ਬਹੁਤ ਥੱਲੇ ਆ। ਤੇ ਇਹ ਵੀ ਪਤਾ ਲੱਗਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਰੂਸ ਦੇ ਰਾਸ਼ਟਰਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹ ਸੰਪਰਕ ਨਹੀਂ ਹੋ ਸਕਿਆ। ਤੇ ਉਸ ਤੋਂ ਬਾਅਦ ਉਹਨਾਂ ਆਪਣੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਵੀ ਆਖਰੀ ਸਾਹ ਤੱਕ ਅਸੀਂ ਲੜਾਈ ਲੜਾਂਗੇ ਤਾਂ ਅਸੀਂ ਆਮ ਜਨਤਾ ਨੂੰ ਹਥਿਆਰਬੰਦ ਕਰਾਂਗੇ। ਜੰਮੂ ਸਾਹਿਬ ਇਦਾਂ ਹੈਗਾ, ਮੈਂ 2-3 ਚੀਜ਼ਾਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਯੂਕਰੇਨ ਦੇ ਬਾਰੇ। ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਯੂਕਰੇਨ ਦੇ ਜਿਹੜੇ 2 ਸੂਬੇ ਡੋਨੈਸਕ ਤੇ ਲੁਹਾਂਸਕ, ਇਹ ਜਿਹੜੇ 2 ਸੂਬੇ ਹੈ, ਇਹਦੇ ਵਿੱਚ ਉਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਇੰਡੀਪੈਂਡੈਂਟ ਡਿਕਲੇਅਰ ਕਰਦੇ, ਰੈਕਗਨਾਈਜ਼ ਕਰਦੇ ਆ, ਰਸ਼ੀਆ ਨੇ ਕਿਹਾ। ਦੂਸਰੇ ਤੁਹਾਨੂੰ ਪਤਾ ਹੈ ਵੀ ਕਈ ਰੈਬਲਸ ਜਿਹੜੇ ਹੈਗੇ ਆ, ਰਸ਼ੀਆ ਦੇ ਸਪੋਰਟਡ ਰੈਬਲਸ ਯੂਕਰੇਨ ਦੇ ਵਿੱਚ ਕਾਫੀ ਹੈ ਜਿਹੜੇ ਕਿ ਕੀਵ ਦੇ ਅਗੇਂਸਟ ਹੈ, ਯਾਨੀ ਕਿ ਯੂਕਰੇਨ ਦੀ ਗਵਰਨਮੈਂਟ ਦੇ ਅਗੇਂਸਟ ਹੈ, ਔਰ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਮਦਦ ਕਰੋ, ਅਸੀਂ ਕੀਵ ਦੇ ਅਗੇਂਸਟ ਲੜਨਾ ਚਾਹੁੰਦੇ ਆ। ਤਾਂ ਇਹ ਸਿਚੁਏਸ਼ਨ ਹੈਗੀ ਆ ਯੂਕਰੇਨ ਦੇ ਅੰਦਰ ਦੀ। ਯੂਕਰੇਨ ਦੇ ਦੇਖੋ 2 ਪਾਰਟ ਜਿਹੜੇ ਹੈਗੇ ਆ, ਈਸਟਰਨ ਯੂਕਰੇਨ ਜਿਹੜਾ ਹੈਗਾ ਉੱਥੇ ਰਸ਼ੀਅਨ ਪਾਪੂਲੇਸ਼ਨ ਜਿਵੇਂ ਮੈਨੇ ਕਿਹਾ ਹੈ ਕਾਫੀ ਹੈ, ਔਰ ਉੱਥੇ ਹਮਲਾ ਅਗਰ ਰਸ਼ੀਆ ਦਾ ਅੱਗੇ ਵੱਧਦਾ ਤਾਂ ਰਸ਼ੀਆ ਨੂੰ ਆਕੂਪਾਈ ਕਰਨੀ ਕਾਫੀ ਆਸਾਨ ਹੋਏਗੀ। ਲੇਕਿਨ ਜਿਹੜਾ ਵੈਸਟਰਨ ਯੂਕਰੇਨ ਹੈ, ਜਿੱਥੇ ਰਸ਼ੀਅਨ ਪਾਪੂਲੇਸ਼ਨ ਨਾ ਦੇ ਬਰਾਬਰ ਹੈ ਜਾਂ ਬਹੁਤ ਘੱਟ ਹੈ ਜਾਂ ਨਹੀਂ ਹੈ, ਉੱਥੇ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੋਏਗੀ। ਇਸ ਕਰਕੇ ਅਗਰ ਇਹ ਕਹੀਏ ਕਿ ਰਸ਼ੀਆ ਜਿਹੜਾ ਹੈਗਾ ਉਹ ਸਾਰੇ ਯੂਕਰੇਨ ਨੂੰ ਕਬਜ਼ਾ ਕਰ ਲਏਗਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਰਸ਼ੀਆ ਤਾਂ ਇਹੀ ਚਾਹੁੰਦਾ ਹੈ ਕਿ ਯੂਕਰੇਨ ਦੇ ਟੋਟੇ ਕਰਕੇ, ਕਈ ਟੁਕੜੇ ਕਰਕੇ ਉਹਨਾਂ ਨੂੰ ਆਪਾਂ ਡੀਮਿਲਿਟਰਾਈਜ਼ ਕਰ ਰਹੀਏ ਪੂਰੇ ਯੂਕਰੇਨ ਨੂੰ। ਡੀਮਿਲਿਟਰਾਈਜ਼ ਦਾ ਮਤਲਬ ਹੈ ਕਿ ਉਹਨਾਂ ਦੀ ਮਿਲਟਰੀ ਫੋਰਸਿਸ ਨੂੰ ਪੂਰੀ ਖਤਮ ਕਰ ਦਈਏ ਤਾਂ ਕਿ ਉਹ ਕਾਸੇ ਜੋਗੇ ਰਹਿਣ ਇਹਨਾਂ ਮਿਲਟਰੀਲੀ। ਰਸ਼ੀਆ ਦਾ ਇਹ ਪਲਾਨ ਹੈਗਾ ਕਿ ਇਹਦੀ ਜਿਹਨੂੰ ਕਹਿੰਦੇ ਡਿਸਮੈਂਬਰਮੈਂਟ ਕਹਿੰਦੇ ਆ ਅਸੀਂ, ਕਿ ਜਿਵੇਂ ਕਿ ਅਸੀਂ ਬੰਗਲਾਦੇਸ਼ ਸੈਪਰੇਟ ਕੀਤਾ ਸੀਗਾ ਪਾਕਿਸਤਾਨ ਤੋਂ, ਇਸੇ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਸਿਚੁਏਸ਼ਨ ਰਸ਼ੀਆ ਬਣਾਉਣਾ ਚਾਹੁੰਦਾ ਹੈ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਯੂਨਾਈਟਿਡ ਨੇਸ਼ਨਸ ਦੀ, ਤੁਸੀਂ ਇਹ ਦੇਖੋ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਡੀਆ ਦਾ ਵੀ ਡਾਇਲਮਾ ਹੈਗਾ। ਇੰਡੀਆ ਨਾ ਤਾਂ ਰਸ਼ੀਆ ਦੇ ਅਗੇਂਸਟ ਜਾ ਸਕਦਾ ਹੈ ਕਿਉਂਕਿ ਸਾਡਾ 60 to 70% ਮਿਲਟਰੀ ਹਾਰਡਵੇਅਰ ਅੱਜ ਵੀ ਰਸ਼ੀਆ ਤੋਂ ਆਉਂਦਾ ਹੈ, ਔਰ ਸਾਡੀ ਲੌਂਗ ਰਿਲੇਸ਼ਨਸ਼ਿਪ ਹੈ। ਇੰਡੀਆ ਨੇ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਸਾਡਾ ਆਪਣੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ TS ਤ੍ਰਿਮੂਰਤੀ, ਉਹਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਡੀਐਸਕੇਲੇਟ ਕਰੋ, ਜਲਦੀ ਤੋਂ ਜਲਦੀ ਡੀਐਸਕੇਲੇਟ ਕਰਨ ਦੇ ਨਾਲ ਹੀ ਮਤਲਬ ਹੈ ਲੜਾਈ ਹੋ ਸਕਦੀ ਹੈ। ਲੇਕਿਨ ਇੰਡੀਆ ਪਰ ਇਹਦੀਆਂ ਇੰਪਲੀਕੇਸ਼ਨਸ ਬੜੀਆਂ ਜ਼ਬਰਦਸਤ ਹੈ। ਇੱਕ ਤਾਂ ਸਾਡਾ 20,000 ਸਟੂਡੈਂਟ ਉੱਥੇ ਬੈਠਾ ਹੈ, ਜਿਨ੍ਹਾਂ ਨੂੰ ਹੁਣ ਅਸੀਂ, ਤੁਹਾਨੂੰ ਪਤਾ ਵੀ 에ਅਰ ਇੰਡੀਆ ਦੀ ਇੱਕ ਫਲਾਈਟ ਅੱਜ ਜਾ ਰਹੀ ਸੀਗੀ ਉੱਥੇ ਕੀਵ ਦੇ ਵਿੱਚ, ਉਹਨਾਂ ਨੂੰ ਵਾਪਸ ਮੁੜਨਾ ਪਿਆ ਕਿਉਂਕਿ ਉਹਨਾਂ ਨੇ 에ਅਰ ਸਪੇਸ ਬੰਦ ਕਰਤੀ ਹੈ। ਦੂਸਰੇ ਸਾਡਾ 20,000 ਸਟੂਡੈਂਟ ਉੱਥੇ ਬੈਠਾ ਹੈ, ਉਹਨਾਂ ਵਾਸਤੇ ਹੁਣ ਸਾਨੂੰ ਆਲਟਰਨੇਟਿਵ ਰੂਟ ਲੱਭਣੇ ਪੈਣਗੇ ਜਿਹਦੇ ਥਰੂ ਅਸੀਂ ਉਹਨਾਂ ਨੂੰ ਸੁਰੱਖਿਅਤ ਜਿਹੜੇ ਹੈਗੇ ਇੰਡੀਆ ਦੇ ਵਿੱਚ ਵਾਪਸ ਲਿਆਈਏ। ਤੀਸਰਾ ਜਿਹੜਾ ਹੈਗਾ ਇਹ ਬੰਦ ਹੋਣ ਦੇ ਨਾਲ ਆਇਲ ਪ੍ਰਾਈਸਿਸ ਬਹੁਤ ਸ਼ੂਟ ਕਰ ਜਾਣਗੇ ਔਰ ਸਾਡੀ ਇਕਨੋਮੀ ਦੇ ਉੱਪਰ ਉਹਦਾ ਬਹੁਤ ਨੁਕਸਾਨ ਹੋਏਗਾ। ਆਇਲ ਪ੍ਰਾਈਸਿਸ ਦਾ, ਆਇਲ ਪ੍ਰਾਈਸਿਸ ਦੇ ਵਧਣ ਦਾ, ਉਹਦਾ ਇੱਕ ਸਾਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਤੀਸਰੀ ਗੱਲ ਇਹ ਹੈਗੀ ਹੈ, ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਰਸ਼ੀਆ ਦੀ ਮਦਦ ਕਰੀਏ ਜਾਂ ਯੂਕਰੇਨ ਦੀ ਮਦਦ ਕਰੀਏ। ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਜ਼ੈਲੈਂਸਕੀ, ਉਹਨੇ ਅਪੀਲ ਕੀਤੀ ਹੈ ਮੋਦੀ ਨੂੰ ਕਿ ਤੁਸੀਂ ਸਾਨੂੰ ਮਤਲਬ ਮਦਦ ਕਰੋ ਔਰ ਤੁਸੀਂ ਆਪਣੀ ਵੌਇਸ
ਪੁਟਿਨ ਨਾਲ ਕਰੋ ਕਿ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰੋ। ਉਹਨਾਂ ਦੇ ਭਾਰਤ ਵਿਚਲਾ ਜਿਹੜਾ ਰਾਜਦੂਤ ਆ ਉਹਨੇ ਵੀ ਔਨ ਲਾਈਵ ਹੋ ਕੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਅਪੀਲ ਕੀਤਾ ਕਿ ਤੁਹਾਡੀ ਗੱਲ ਉਹ ਸੁਣਦੇ ਆ ਤੇ ਇਸ ਕਰਕੇ ਤੁਸੀਂ ਗੱਲ ਕਰੋ। ਉਧਰੋਂ ਵੀ ਗੱਲ ਕੀਤੀ ਗਈ, ਉਹਨਾਂ ਦੇ ਰਾਜਦੂਤ ਨੇ ਵੀ ਗੱਲ ਕੀਤੀ, ਪਰ ਜਿਹੜੀ ਸਥਿਤੀ ਹੈ ਉਹਦੇ 'ਚ ਲੱਗਦਾ ਨਹੀਂ ਕਿ ਭਾਰਤ ਬਹੁਤ ਕੁਝ ਕਰਨ ਦੇ ਯੋਗ ਹੋ ਜਾਏਗਾ। ਇਹ ਲੜਾਈ ਨੂੰ ਮੇਰੇ ਖਿਆਲ ਰੋਕਣ ਦੇ ਵਿੱਚ ਕੁਝ ਮਦਦਗਾਰ ਹੋ ਸਕਦਾ, ਅਦਰਵਾਈਜ਼ ਮੇਰਾ ਖਿਆਲ ਇੰਡੀਆ ਇਹੋ ਜਿਹਾ ਪ੍ਰੈਸ਼ਰ ਰੂਸ ਦੇ ਉੱਪਰ ਸ਼ਾਇਦ ਪਾਉਣ ਦੇ ਯੋਗ ਨਹੀਂ ਹੋਵੇਗਾ। ਆਪਣੇ ਜੰਮੂ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬੜੀ ਇੰਟਰਸਟਿੰਗ। ਹਾਂਜੀ, ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਅਟਲ ਬਿਹਾਰੀ ਵਾਜਪਾਈ ਆਪਣੇ ਫੋਰਨ ਅਫੇਅਰ ਮਿਨਿਸਟਰ ਸੀਗੇ, ਉਹ ਚਾਈਨਾ ਗਏ ਜਾਂ ਵੀਅਤਨਾਮ ਗਏ ਸ਼ਾਇਦ, ਉਸ ਤੋਂ ਬਾਅਦ ਉੱਥੇ ਚਾਈਨਾ ਨੇ ਅਟੈਕ ਕਰਤਾ ਔਰ ਉਹਨਾਂ ਨੇ ਆਪਣਾ ਦੌਰਾ ਵਿੱਚ ਛੱਡ ਕੇ ਵਾਪਸ ਆ ਗਏ ਥੇ। ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਦੇਖ ਰਹੇ ਹੋ ਵੀ ਇਮਰਾਨ ਖਾਨ ਅੱਜ ਮਾਸਕੋ 'ਚ ਹੈ। ਅੱਜ ਪੁਟਿਨ ਦੀ ਤੇ ਇਮਰਾਨ ਖਾਨ ਦੀ ਜਿਹੜੀ ਸੀਗੀ ਮੁਲਾਕਾਤ ਹੋਣੀ ਸੀਗੀ ਔਰ 23 ਸਾਲ ਬਾਅਦ ਕੋਈ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਹੈਗਾ ਰਸ਼ੀਆ ਗਿਆ। ਇਸ ਤੋਂ ਪਹਿਲਾਂ ਮੇਰਾ ਖਿਆਲ ਹੈ ਨਵਾਜ਼ ਸ਼ਰੀਫ 99 ਦੇ ਵਿੱਚ ਸ਼ਾਇਦ ਗਿਆ ਸੀਗਾ। ਤੇ ਮੇਰੇ ਕਹਿਣ ਦਾ ਮਤਲਬ ਹੈਗਾ ਵੀ ਇੱਕ ਨਵੀਂ ਜਿਹੜੀ ਸਮੀਕਰਨ ਇਮਰਜ ਹੋ ਰਿਹਾ ਨਾ ਸਾਊਥ ਏਸ਼ੀਆ ਦੇ ਵਿੱਚ, ਉਹ ਹੈਗਾ ਚਾਈਨਾ, ਪਾਕਿਸਤਾਨ, ਚਾਈਨਾ, ਰਸ਼ੀਆ ਤੇ ਪਾਕਿਸਤਾਨ। ਇਵਨ ਅਫਗਾਨਿਸਤਾਨ ਵੀ ਮੇਰਾ ਖਿਆਲ ਸ਼ਾਇਦ ਉਸੇ ਸਾਈਡ ਤੇ ਹੈ, ਈਰਾਨ ਵੀ। ਅਫਗਾਨਿਸਤਾਨ ਨੂੰ ਤਾਂ ਆਪਾਂ ਅਫਗਾਨਿਸਤਾਨ ਤੋਂ ਕੋਈ ਪਾਵਰ ਨਹੀਂ ਹੈ, ਲੇਕਿਨ ਅਫਗਾਨਿਸਤਾਨ ਜਿਹੜਾ ਹੈਗਾ ਉਹ ਇਸੇ ਖੇਮੇ 'ਚ ਮਿਲਿਆ ਜਾਊਗਾ। ਇਸ ਤੇ ਬੜੀ ਖਤਰਨਾਕ ਸਿਚੁਏਸ਼ਨ ਹੈ, ਕਿਉਂਕਿ ਇੱਕ ਪਾਸੇ ਤਾਂ ਚਾਈਨਾ ਦੇ ਨਾਲ ਸਾਡਾ ਬਿਲਡਅਪ ਹੈ, ਚਾਈਨਾ ਸਾਡੀਆਂ ਫੋਰਸਿਸ ਜਿਹੜੀਆਂ ਹੈਗੀਆਂ 2 ਸਾਲ ਤੋਂ ਉੱਥੇ ਬੈਠੀਆਂ। ਦੂਸਰੇ ਇਹ ਹੈਗਾ ਕਿ ਰਸ਼ੀਆ ਤੇ ਚਾਈਨਾ ਬਹੁਤ ਜ਼ਿਆਦਾ ਨੇੜੇ ਆ ਰਹੇ ਹਨ। ਬਿਲਕੁਲ। ਤੀਸਰਾ ਇਹ ਹੈਗਾ ਪਾਕਿਸਤਾਨ ਉਹਨਾਂ ਦੇ ਨੇੜੇ ਜਾ ਰਿਹਾ। ਇਸ ਸਿਚੁਏਸ਼ਨ ਦੇ ਵਿੱਚ ਰਸ਼ੀਆ ਇੰਡੀਆ ਨੂੰ ਸੋਚਣਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਡਿਪਲੋਮੇਸੀ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰੇ ਕਿ ਸਾਂਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ ਵਾਲੀ ਗੱਲ ਹੋਵੇ। ਲੇਕਿਨ ਇੰਡੀਆ ਵਾਸਤੇ ਬੜਾ ਮੁਸ਼ਕਿਲ ਹੈ, ਇੰਡੀਆ ਦੀ ਡਿਪਲੋਮੇਸੀ ਬੜੀ ਡਾਇਲਮੇ ਦੇ ਵਿੱਚ ਹੈ ਇਸ ਵੇਲੇ। ਹਾਂਜੀ ਹਾਂਜੀ। ਤੇ ਆਪਣੇ ਜੰਮੂ ਸਾਹਿਬ ਮੈਂ ਇੱਕ ਹੋਰ ਤੁਹਾਨੂੰ ਮੈਂ ਗੱਲ ਜਿਹੜੀ ਕਹਿਣਾ ਚਾਹੁੰਦਾ ਉਹ ਹੈਗੀ ਹੈ ਕਿ ਸਿਰਫ ਰਸ਼ੀਆ ਦਾ ਔਰ ਯੂਕਰੇਨ ਦਾ ਉਹ ਨਹੀਂ ਹੈ। ਅਗਰ ਇਹ ਵਾਰ ਐਸਕੇਲੇਟ ਹੁੰਦੀ ਹੈ, ਹਾਂਜੀ ਹਾਂਜੀ, ਜਿਵੇਂ ਕਿ ਤੁਸੀਂ ਦੇਖੋ ਇਹ ਰੇਅਰਲੀ ਹੈ ਕਿ ਰਸ਼ੀਆ ਨੇ ਆਪਣਾ ਨਿਊਕਲੀਅਰ ਡਰਿਲ ਵੀ ਕੀਤੀ। ਬਿਲਕੁਲ, ਨਿਊਕਲੀਅਰ ਵੈਪਨਸ ਦੀ, ਜਿਹੜੀ ਕਿ ਬਹੁਤ ਘੱਟ ਦਿਖਣ ਚ ਆਉਂਦੀ ਹੈ ਔਰ ਉਹਦਾ ਜਿਹੜਾ ਹੈਗਾ ਇੰਪੈਕਟ ਡੈਫੀਨੇਟਲੀ ਹੋਏਗਾ। ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਔਰ ਵਾਰ ਅੱਗੇ ਵੱਧਦੀ ਹੈ ਤਾਂ ਸਾਰੇ ਯੂਰਪ ਨੂੰ ਵੀ ਆਪਣੇ ਲਪੇਟੇ 'ਚ ਲੈ ਸਕਦੀ ਹੈ ਔਰ ਅਸੀਂ ਵੀ ਉਹ ਤੋਂ ਦੂਰ ਨਹੀਂ ਰਹਾਂਗੇ, ਕਿਉਂਕਿ ਸਾਡੇ ਬਹੁਤ ਜ਼ਿਆਦਾ ਇੰਟਰਸਟ ਸੈਂਟਰਲ ਏਸ਼ੀਆ ਦੇ ਵਿੱਚ ਹੈਗੇ ਆ, ਜਿਹਦਾ ਪ੍ਰਭਾਵ ਜਿਹੜਾ ਹੈਗਾ ਉਹ ਸਾਡੇ ਪਰ ਡੈਫੀਨੇਟਲੀ ਪਏਗਾ। ਇਸ ਕਰਕੇ ਇਹ ਜਿਹੜੀ ਵਾਰ ਹੈ ਜਿੰਨੀ ਜਲਦੀ ਬੰਦ ਹੋ ਜਾਵੇ, ਜਿੰਨੀ ਜਲਦੀ ਖਤਮ ਹੋ ਜਾਵੇ, ਜਦ ਤੱਕ ਕੋਈ ਡਿਪਲੋਮੈਟਿਕ ਹੱਲ ਨਾ ਲੱਭੇ, ਜਲਦੀ ਤੋਂ ਜਲਦੀ ਲੱਭਣਾ ਚਾਹੀਦਾ। ਅਦਰਵਾਈਜ਼ ਇਹ ਡੇਂਜਰਸ ਹੈ ਸਾਡੇ ਸਭ ਵਾਸਤੇ ਔਰ ਪੂਰੀ ਵਰਲਡ ਵਾਸਤੇ। ਇਹ ਲੱਗਦਾ ਤਾਂ ਇਹ ਹੈ ਜਿਵੇਂ ਰੂਸੀ ਫੌਜਾਂ ਮੂਵ ਕੀਤੀਆਂ ਜੀ, ਜਿਹੜੇ ਇਲਾਕਿਆਂ 'ਚ ਚਲੇ ਗਈਆਂ ਜਿੰਨਾ ਏਅਰ ਦੇ ਵਿੱਚ ਉਹਨਾਂ ਨੂੰ ਕੋਈ ਰੈਜ਼ਿਸਟੈਂਸ ਨਹੀਂ, ਤੇ ਇਹਦਾ ਮਤਲਬ ਰੂਸ ਮੇਰੇ ਖਿਆਲ ਜਲਦੀ ਜਿਹੜਾ ਯੂਕਰੇਨ ਦੇ ਉੱਪਰ ਆਪਣੇ ਕਬਜ਼ੇ 'ਚ ਲੈ ਲਏਗਾ। ਠੀਕ ਹੈ, ਇੱਕ ਹਿੱਸਾ ਉਹਦੇ ਤੇ ਲੜਾਈ ਹੋਏਗੀ, ਪਰ ਮੇਜਰ ਹਿੱਸੇ ਤੇ ਮੈਨੂੰ ਕੋਈ ਰੈਜ਼ਿਸਟੈਂਟ ਵਾਲੀ ਦਿਸੀ ਨਹੀਂ। ਕੀਵ ਦੇ ਵਿੱਚ ਵੀ ਉਹਨਾਂ ਦੇ ਫੌਜ ਦੇ ਜਾਣ ਦੇ ਜਲਦੀ ਅਸਾਰ ਬਣਦੇ ਜਾ ਰਹੇ। ਅਟੈਕ ਜਿੰਨੇ ਕਿ 에ਅਰ ਅਟੈਕ ਉਹਨਾਂ ਨੇ ਕੀਤੇ ਜਾਂ ਕਰ ਰਹੇ ਆ, ਮਤਲਬ ਹੁਣ ਧਾੜਾਂ ਦੀਆਂ ਧਾੜਾਂ ਰੂਸੀ ਜਿਹੜੇ ਜਹਾਜ਼ਾਂ ਦੀਆਂ ਜਾ ਰਹੀਆਂ, ਉਹਨਾਂ ਨੂੰ ਕੋਈ ਰੈਜ਼ਿਸਟੈਂਟ ਨਹੀਂ। ਜੇ ਖਬਰਾਂ ਆਈਆਂ ਤੇ 2-3 ਜਹਾਜ਼ ਉਹਨਾਂ ਦੇ ਸੁੱਟਣ ਦੀਆਂ ਆਈਆਂ, ਉਹ ਵੀ ਅਨਕਨਫਰਮ ਨੇ। ਤੇ ਇਸ ਕਰਕੇ ਇਹ ਮਾਮਲਾ ਜਿਹੜਾ ਇਸ ਪਾਸੇ ਵੱਲ ਨੂੰ ਜਾਏਗਾ। ਮੇਰੇ ਖਿਆਲ ਨਾਟੋ ਵੀ ਕੋਈ ਮੀਟਿੰਗ ਕਰ ਰਿਹਾ ਹੈ। ਨਾਟੋ ਦੇਸ਼ ਕਿੰਨੀ ਕੁ ਉਹਦੇ 'ਚ ਦਖਲ ਅੰਦਾਜ਼ੀ ਕਰ ਸਕਣਗੇ, ਇਹ ਕੀ ਤੁਸੀਂ ਦੇਖਦੇ ਹੋ ਇਹਦੇ ਬਾਰੇ? ਤੁਹਾਨੂੰ ਮੈਂ ਦੱਸਦਾ ਜੀ ਕਿ ਨਾਟੋ ਦੇਸ਼ ਵਾਸਤੇ ਵੀ, ਨਾਟੋ ਦੇਸ਼ਾਂ ਵਾਸਤੇ ਵੀ ਇਸ ਵਿੱਚ ਮਿਲੀਟੈਰੀਲੀ ਇੰਟਰਫੇਅਰ ਕਰਨਾ ਬਹੁਤ ਮੁਸ਼ਕਿਲ ਹੈ। ਉਹਨਾਂ ਨੇ ਸੈਂਕਸ਼ਨਸ ਲਾਤੀਆਂ, ਨਾਟੋ ਦੇ ਜਿੰਨੇ ਵੀ ਦੇਸ਼ ਹੈ ਉਹਨਾਂ ਨੇ ਆਪਣੀਆਂ ਸੈਂਕਸ਼ਨਸ ਲਾਤੀਆਂ। ਉਹਨਾਂ ਨੇ ਉਹਨਾਂ ਦੀ ਪਾਈਪਲਾਈਨ ਜਿਹੜੀ ਸੀਗੀ ਜਰਮਨੀ ਨੇ ਉਹ ਬੰਦ ਕਰਤੀ, ਜਿਹਦੇ ਵਿੱਚ ਉਹਨਾਂ ਦੀ ਗੈਸ ਆਉਂਦੀ ਸੀਗੀ। ਸਿਰਫ ਇਕਨੋਮਿਕ ਸੈਂਕਸ਼ਨ ਜਿਹੜੀਆਂ ਲਾਈਆਂ ਗਈਆਂ, ਉਹਨਾਂ ਨੇ ਜਿਹੜਾ ਆਪਣੇ ਰਸ਼ੀਆ ਹੈਗਾ ਉਹਨੇ ਆਪਣਾ ਟ੍ਰੇਡ ਜਿਹੜਾ ਹੈਗਾ ਉਹ ਡਾਇਰੈਕਟ ਕਰਤਾ ਟੂਵਰਡ ਚਾਈਨਾ, ਉਹਨਾਂ ਵੱਲੋਂ ਯੂਰਪੀਅਨ ਦੇਸ਼ਾਂ ਵੱਲੋਂ। ਤਾਂ ਕਿੰਨੀ ਕੁ
ਜਿਹੜੀ ਇਕਨੋਮਿਕ ਸੈਂਕਸ਼ਨਸ ਲਾਉਣਗੇ ਜਾਂ ਲਾ ਰਹੇ ਹੈ, ਉਹਦਾ ਇੰਪੈਕਟ ਰਸ਼ੀਆ ਦੇ ਉੱਪਰ ਕਿੰਨਾ ਕੁ ਪੈਂਦਾ ਹੈ, ਇਹ ਤਾਂ ਅਚਾਨਕ ਨਹੀਂ ਪਤਾ ਲੱਗਦਾ ਹੁੰਦਾ, ਥੋੜਾ ਟਾਈਮ ਪਾ ਕੇ ਪਤਾ ਲੱਗਦਾ ਹੈ ਕਿ ਸੈਂਕਸ਼ਨਸ ਦਾ ਇੰਪੈਕਟ ਹੋਣ ਲੱਗਿਆ ਜਾਂ ਨਹੀਂ ਹੋਣ ਲੱਗਿਆ। ਲੇਕਿਨ ਇੰਨਾ ਜ਼ਰੂਰ ਹੈਗਾ ਕਿ ਜਿਹੜੀਆਂ ਨੈਟੋ ਫੋਰਸਿਸ ਹੈ, ਅਗਰ ਕੋਈ ਮਿਲੀਟੈਰੀਲੀ ਇੰਟਰਵੀਨ ਕਰਦੀਆਂ ਤਾਂ ਉਹ ਬੜਾ ਖਤਰਨਾਕ ਪੂਰੇ ਯੂਰਪ ਵਾਸਤੇ ਹੋਏਗਾ। ਤੁਹਾਨੂੰ ਪਤਾ ਹੈ ਵੀ ਜਿਹੜੀ ਫਸਟ ਵਰਲਡ ਵਾਰ ਹੈ ਉਹ ਲੱਗੀ ਸੀ ਛੋਟੇ ਜਿਹੇ ਇਨਸੀਡੈਂਟ ਤੋਂ। ਹਾਂਜੀ 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 ਪ੍ਰੈਸ ਸਾਹਿਬ, ਜਿਹੜਾ ਸ਼ਹਿਜ਼ਾਦਾ ਸੀਗਾ, ਹਾਂਜੀ ਉਹ ਇਸੇ ਤਰੀਕੇ ਦੇ ਨਾਲ ਇਹ ਹੈ, ਇਹ ਵਾਰ ਸ਼ੁਰੂ ਕਰਨੀ ਤਾਂ ਆਸਾਨ ਹੁੰਦੀ ਹੈ, ਹਾਂਜੀ ਹਾਂਜੀ ਲੇਕਿਨ ਵਾਰ ਖਤਮ ਕਰਨੀ ਬੜੀ ਔਖੀ ਹੁੰਦੀ ਹੈ। ਔਰ ਅਗਰ ਵਾਰ ਜਿਹੜੀ ਸ਼ੁਰੂ ਹੋਈ ਹੈ, ਅਗਰ ਇਹ ਅੱਗੇ ਵੱਧਦੀ ਹੈ ਤਾਂ ਇਹ ਪੂਰੇ ਯੂਰਪ ਨੂੰ ਲਪੇਟ ਸਕਦੀ ਹੈ, ਈਵਨ ਸੈਂਟਰਲ ਏਸ਼ੀਆ ਨੂੰ ਲਪੇਟ ਸਕਦੀ ਹੈ, ਜਿਹਦੇ ਇੰਪੈਕਟ ਪੂਰੀ ਵਰਲਡ ਦੇ ਉੱਪਰ ਹੋਏਗਾ। ਤੁਸੀਂ ਦੇਖੋ ਵੀ ਸ਼ੇਅਰ ਮਾਰਕੀਟਾਂ ਜਿਹੜੀਆਂ ਹੈਗੀਆਂ ਪੂਰੇ ਵਰਲਡ ਦੀਆਂ ਡਿੱਗ ਗਈਆਂ। ਇਹਦਾ ਇੰਪੈਕਟ ਟ੍ਰੇਡ ਤੇ ਵੀ ਹੋਏਗਾ, ਆਇਲ ਸਪਲਾਈਜ਼ ਤੇ ਵੀ ਹੋਏਗਾ। ਦੇਖੋ ਤੇਲ ਦੀਆਂ ਕੀਮਤਾਂ 100 ਮਤਲਬ $100 ਤੋਂ ਉੱਪਰ ਚੱਲ ਗਈਆਂ ਤੇ ਸ਼ੇਅਰ ਮਾਰਕੀਟ ਕਾਫੀ ਕ੍ਰੈਸ਼ ਕਰ ਗਈ, ਤੇ ਜਿਹੜੀ ਤੇਲ ਦੀ ਕੀਮਤ ਵਧਣੀ ਹੈ ਪੂਰੇ ਸੰਸਾਰ ਨੂੰ ਆਪਣੇ ਲਪੇਟ ਦੇ ਵਿੱਚ ਲੈ ਲੇਗੀ, ਪੂਰੇ ਸੰਸਾਰ 'ਚ ਕੀਮਤਾਂ ਵਧਣਗੀਆਂ। ਅਗਰ ਤੇਲ ਦੀ ਕੀਮਤ 100 ਤੋਂ ਉੱਪਰ ਜਾਂਦੀ ਹੈ, ਹਾਂਜੀ ਹਾਂਜੀ, ਤਾਂ ਇਹ ਤਾਂ ਇਲੈਕਸ਼ਨ ਦੀ ਵਜ੍ਹਾ ਕਰਕੇ ਇੰਡੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਨਹੀਂ ਵਧਾਈਆਂ। ਸੈਂਟਰਲ ਗਵਰਨਮੈਂਟ ਨੇ ਇੱਕ ਅਨਰਿਟਨ ਉਹਨਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ ਹਨ ਆਇਲ ਕੰਪਨੀਜ਼ ਨੂੰ, ਤੁਸੀਂ ਜਿੱਦਣ ਲਾਸਟ ਵੋਟ ਪੈ ਜਾਣੀ ਹੈ ਨਾ, ਲਾਸਟ ਦੀ ਯੂਪੀ ਦੀ, ਤੁਸੀਂ ਅਗਲੇ ਦਿਨ ਦੇਖਿਓ ਕਿ ਕੀਮਤਾਂ ਜਿਹੜੀਆਂ ਹੈਗੀਆਂ ਤੇਲ ਦੀਆਂ ਕਿੰਨੇ ਰੁਪਏ ਪਰ ਲੀਟਰ ਵੱਧਦੀਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਤੁਸੀਂ ਦੇਖ ਲਓਗੇ, ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀਮਤਾਂ ਵੱਧਦੀਆਂ ਜਾ ਰਹੀਆਂ। ਔਰ ਅਗਰ ਇਹ ਕ੍ਰਾਈਸਿਸ ਜਿਹੜਾ ਹੈਗਾ ਇਹ ਜ਼ਿਆਦਾ ਦੇਰ ਚੱਲਿਆ ਤਾਂ ਉਹ ਕੀਮਤਾਂ ਹੋਰ ਸ਼ੂਟ ਕਰਨਗੀਆਂ, ਉਹਦਾ ਇੰਪੈਕਟ ਸਾਡੀ ਇਕਨੋਮੀ ਤੇ ਡੈਫੀਨਿਟਲੀ ਹੋਏਗਾ। ਸਾਡਾ ਜਿਹੜਾ ਟ੍ਰੇਡ ਡੈਫਿਸਿਟ ਹੈ ਹੋਰ ਜ਼ਿਆਦਾ ਵਧੇਗਾ। ਬ੍ਰੈਸ ਸਾਹਿਬ, ਤੁਹਾਨੂੰ ਲੱਗਦਾ ਕਿਵੇਂ ਕਨਫਲਿਕਟ ਹੈ ਜਿਹੜਾ ਯੂਕਰੇਨ ਦੇ ਉੱਪਰ ਹਮਲਾ ਹੈ, ਇਹਨੂੰ ਕਿਵੇਂ ਰੋਕ ਸਕਦੀਆਂ? UN ਕੀ ਦਖਲਅੰਦਾਜ਼ੀ ਕਰ ਸਕਦਾ, ਨਾਟੋ ਕੀ ਕਰ ਸਕਦਾ, ਸਾਡਾ ਦੇਸ਼ ਕੀ ਕਰ ਸਕਦਾ, ਪੂਤਨ ਨੂੰ ਕਿਵੇਂ ਇਸ ਰਸਤੇ ਤੇ ਲਿਆਂਦਾ ਜਾ ਸਕਦਾ? ਇਹਦੇ 'ਚ ਚੀਨ ਦੀ ਵੀ ਭੂਮਿਕਾ ਅਹਿਮ ਹੋ ਸਕਦੀ, ਤੁਸੀਂ ਕੀ ਸਮਝਦੇ ਹੋ? ਕਿਹੜੇ ਦੇਸ਼ ਇਹਦੇ 'ਚ ਅਹਿਮ ਭੂਮਿਕਾ ਨਿਭਾ ਕੇ ਇਸ ਜੰਗ ਨੂੰ ਰੋਕ ਸਕਦੇ ਆ? ਕਿਉਂਕਿ ਜੰਗ ਨਾਲ ਜਿੰਨੀਆਂ ਵੀ ਜਾਨਾਂ ਜਾਣਗੀਆਂ, ਕੀਮਤੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਨੇ ਤੇ ਕੁਝ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹਦੇ ਵਿੱਚ, ਇਹਨੂੰ ਕਿਵੇਂ ਰੋਕਿਆ ਜਾ ਸਕਦਾ? ਦੇਖੋ ਜਿੱਥੇ ਤੱਕ ਤਾਂ ਯੂਨਾਈਟਿਡ ਨੇਸ਼ਨਸ ਦੀ ਫੰਕਸ਼ਨਿੰਗ ਦਾ ਸਵਾਲ ਹੈ, ਆਪਾਂ ਨੂੰ ਸਭ ਨੂੰ ਪਤਾ ਹੈ ਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਉਹੀ ਮਸਲਾ ਡਿਸਕਸ ਹੋ ਸਕਦਾ ਹੈ ਜਿਹਨੂੰ 5 ਪਰਮਾਨੈਂਟ ਮੈਂਬਰ ਚਾਹੁੰਦੇ ਹੋਣ। ਅਗਰ ਉਹਨਾਂ ਵਿੱਚੋਂ ਇੱਕ ਵੀ ਨਾ ਚਾਹੇ, ਇੱਕ ਵੀ ਵੀਟੋ ਕਰ ਦੇਵੇ ਤਾਂ ਉਹ ਮਸਲਾ ਡਿਸਕਸ ਨਹੀਂ ਹੋ ਸਕਦਾ। ਔਰ ਇੱਥੇ ਤਾਂ 2 ਮੈਂਬਰ ਇੱਕ ਪਾਸੇ ਹੈ, ਯਾਨੀ ਕਿ ਚਾਈਨਾ ਤੇ ਰਸ਼ੀਆ, ਹਾਂਜੀ, ਉਹ ਕੋਈ ਵੀ ਐਸਾ ਮਸਲਾ ਡਿਸਕਸ ਨਹੀਂ ਹੋਣ ਦੇਣਗੇ ਸਿਕਿਉਰਿਟੀ ਕਾਉਂਸਲ ਦੇ ਵਿੱਚ, ਵੀਟੋ ਕਰ ਦੇਣਗੇ ਜਿਹੜਾ ਉਹਨਾਂ ਦੇ ਇੰਟਰਸਟ ਦੇ ਖਿਲਾਫ ਜਾਂਦਾ ਹੋਵੇ। ਜਾਂ ਤਾਂ ਯੂਕਰੇਨ ਇੰਸ਼ੋਰੈਂਸ ਦੇਵੇ ਕਿ ਹਾਂਜੀ ਅਸੀਂ ਯੂਨਾਈਟਿਡ ਆਪਣੇ ਨੈਟੋ ਦਾ ਮੈਂਬਰ ਨਹੀਂ ਬਣਾਂਗੇ, ਜਾਂ ਯੂਕਰੇਨ ਜਿਹੜਾ ਹੈਗਾ ਉਹ ਕਹੇ, ਮਤਲਬ ਕਨਵਿੰਸ ਕਰੇ ਕਿ ਸਾਡਾ ਨੈਟੋ ਦਾ ਮੈਂਬਰ ਬਣਨਾ ਕੇਵਲ ਫਾਈਨੈਂਸ਼ੀਅਲ ਜਾਂ ਇਕਨੋਮਿਕ ਕੋਆਪਰੇਸ਼ਨ ਵਾਸਤੇ ਹੈ, ਉਹਦੇ ਵਿੱਚ ਮਿਲਟਰੀ ਦਖਲਅੰਦਾਜ਼ੀ ਨਹੀਂ ਹੋਊਗੀ, ਜਿਹਨੂੰ ਪੁਟਿਨ ਐਗਰੀ ਕਰੇ। ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਤਾਂ ਹੀ ਹੋ ਸਕਦਾ ਹੈ, ਕਿਉਂਕਿ ਮਾਮਲਾ ਤਾਂ ਬਿਟਵੀਨ ਯੂਕਰੇਨ ਤੇ ਰਸ਼ੀਆ ਹੀ ਹੈ ਬੇਸਿਕਲੀ। ਹਾਂਜੀ ਹਾਂਜੀ। ਔਰ ਜਿਹੜੀਆਂ ਨੈਟੋਜ਼ ਹੈ, ਨੈਟੋ ਵਾਲਿਆਂ ਨੇ ਤਾਂ ਹੱਥ ਝਾੜਤੇ, ਉਹਨਾਂ ਨੇ ਆਪਣੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਹਿਤਾ ਕਿ ਜੀ ਸਾਡੀ ਸਹਾਨੂਭੂਤੀ ਤੁਹਾਡੇ ਨਾਲ ਹੈ, ਵਾਰ ਲੱਗੀ ਹੋਵੇ ਉਹਦੇ ਸਹਾਨੂਭੂਤੀ ਨਹੀਂ ਹੁੰਦੀ, ਉਹਦੇ 'ਚ ਤਾਂ ਹੁੰਦਾ ਹੈ ਕਿ ਤੁਸੀਂ ਮਿਲੀਟੈਰੀਲੀ ਜਾਂ ਫਿਜ਼ੀਕਲੀ ਕਿਵੇਂ ਮਦਦ ਕਰ ਸਕਦੇ ਹੋ। ਔਰ ਜਿਹੜਾ ਇਹਦਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ, ਉਹਨੇ ਆਲਰੇਡੀ ਕਹਿਤਾ ਕਿ ਅਸੀਂ ਲਾਸਟ ਬ੍ਰੈਥ ਤੱਕ ਲੜਾਂਗੇ, ਅਸੀਂ ਰੈਜ਼ਿਸਟ ਕਰਾਂਗੇ। ਮੇਰੇ ਖਿਆਲ ਅਗਰ ਇਹ ਲੜ ਸਕਣਗੇ, ਮੈਨੂੰ ਤਾਂ ਲੱਗਦਾ ਅਮਰੀਕਾ ਜਿਵੇਂ ਅਫਗਾਨਿਸਤਾਨ ਚੋਂ ਵਿਡਰਾ ਕੀਤਾ, ਜਿਵੇਂ ਇਰਾਕ ਚੋਂ ਵਿਡਰਾ ਕੀਤਾ, ਮੇਰਾ ਖਿਆਲ ਉਹ ਕਿਸੇ ਹੋਰ ਦੇਸ਼ ਦੇ ਵਿੱਚ ਇਸ ਲੈਵਲ ਤੇ ਇੰਟਰਵੀਨ ਕਰਨ ਤੋਂ ਮੇਰੇ ਖਿਆਲ ਪਿੱਛੇ ਹਟ ਰਿਹਾ, ਤੇ ਇੱਥੇ ਵੀ ਮੈਨੂੰ ਲੱਗਦਾ ਨਹੀਂਗਾ ਕਿ ਉਹ ਅੱਗੇ ਇੰਟਰਵੀਨ ਕਰੇ ਜਾਂ ਫੌਜੀ ਮਦਦ ਲਈ ਅੱਗੇ ਆਵੇ। ਨਹੀਂ, ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਏਗੀ, ਕਿਉਂਕਿ ਇੱਕ ਤਾਂ ਹੁੰਦਾ ਦੇਖੋ ਰਸ਼ੀਆ ਲੜ ਰਿਹਾ ਆਪਣੀ ਧਰਤੀ ਦੇ ਉੱਪਰ ਅਕ੍ਰੋਸ ਦਾ ਬਾਰਡਰ, ਹਾਂਜੀ, ਯਾਨੀ ਕਿ ਜਿਓਗ੍ਰਾਫੀਕਲ ਕੰਟੀਗਿਊਟੀ ਇਹਨੂੰ ਕਹਿੰਦੇ ਆ, ਹਾਂਜੀ ਹਾਂਜੀ, ਦੋਨੇ ਕੰਟਰੀ ਨਾਲ ਲੱਗਦੇ ਆ,
ਅਮਰੀਕਾ ਨੇ ਜਾਂ ਦੂਸਰੇ ਕੰਟਰੀਜ਼ ਨੇ ਆ ਕੇ ਲੜਨਾ ਹੈ 3000 ਕਿਲੋਮੀਟਰ 5000 ਕਿਲੋਮੀਟਰ ਤੇ, ਦੋਨਾਂ 'ਚ ਹਾਂਜੀ ਬਹੁਤ ਫਰਕ ਹੈ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਲੜਨਾ ਵੀ ਕਾਹਦੇ ਵਾਸਤੇ ਹੈ, ਤੁਹਾਨੂੰ ਮੈਂ ਦੱਸਦਾ, ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਹੈ ਇਸ ਵੇਲੇ ਬਾਈਡਨ, ਹਾਂਜੀ ਜੋ ਬਾਈਡਨ ਬਾਈਡਨ ਦੀ ਪਪੂਲੈਰਿਟੀ ਰੇਟ ਆਲਰੇਡੀ ਬਹੁਤ ਡਾਊਨ ਹੈ, ਓਨਲੀ 40% ਹੈ ਉਹਦੀ ਪਪੂਲੈਰਿਟੀ ਰੇਟ। ਹਾਂਜੀ ਅਗਰ ਉਹ ਲੜਾਈ ਕਰਦਾ ਹੈ ਔਰ ਹੁਣ ਹਜੇ ਹੁਣ ਅਫਗਾਨਿਸਤਾਨ ਦੇ ਵਿੱਚੋਂ ਫੌਜਾਂ ਕੱਢ ਕੇ ਹਟੇ ਆ, ਹਾਂਜੀ ਹਾਂਜੀ ਅਗਰ ਉਹ ਫੌਜਾਂ ਯੂਕਰੇਨ ਦੇ ਵਿੱਚ ਭੇਜਦੀਆਂ ਹੈ ਤਾਂ ਉਹ ਲੜਾਈ ਜਿਹੜੀ ਹੈਗੀ ਹੈ ਹੋਰ ਜ਼ਿਆਦਾ ਤੀਬਰ ਹੋਊਗੀ, ਘਟੂਗੀ ਨਹੀਂ, ਔਰ ਉਹਦਾ ਪਪੂਲੈਰਿਟੀ ਰੇਟ ਹੋਰ ਡਾਊਨ ਚਲਾ ਜਾਏਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਉਂਕਿ ਜੰਮੂ ਸਾਹਿਬ ਇੱਕ ਚੀਜ਼ ਦੂਸਰੇ ਨਾਲ ਜੁੜੀ ਹੁੰਦੀ ਹੈ, ਹਾਂਜੀ ਹਾਂਜੀ ਤੁਸੀਂ ਕਿਸੇ ਵੀ ਚੀਜ਼ ਨੂੰ ਇਨ ਆਈਸੋਲੇਸ਼ਨ ਨਹੀਂ ਦੇਖ ਸਕਦੇ। ਬਿਲਕੁਲ ਜਿਹੜੀ ਯੂਕਰੇਨ ਦੇ ਉੱਪਰ ਇਹਦੀ ਚੜ੍ਹਾਈ ਹੈ ਰਸ਼ੀਆ ਦੀ, ਔਰ ਯੂਕਰੇਨ ਦਾ ਜਿਸ ਤਰੀਕੇ ਦੇ ਨਾਲ ਉਹ ਇਹਨੂੰ ਫੇਸ ਕਰੇਗਾ, ਉਹਦੀਆਂ ਇੰਪਲੀਕੇਸ਼ਨਸ ਸੋਸ਼ਲ ਵੀ ਹੈ, ਕਲਚਰ। ਫॉर एग्जांपल ਜਿਸ ਵੇਲੇ ਲੜਾਈ ਹੋ ਗਈ, ਤੁਹਾਨੂੰ ਪਤਾ ਹੈ ਵੀ ਯੂਕਰੇਨ ਚੋਂ ਆਲਰੇਡੀ ਕਾਫੀ ਲੋਕ ਜਿਹੜੇ ਹੈਗੇ ਆ ਉਹ ਵੈਸਟਰਨ ਯੂਰਪ ਦੇ ਵਿੱਚ ਜਾਂ ਈਸਟਰਨ ਯੂਰਪ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਐਜ਼ ਰਿਫਿਊਜੀਜ਼। ਇੱਕ ਰਿਫਿਊਜੀ ਕ੍ਰਾਈਸਿਸ ਵੀ ਖੜਾ ਹੋਏਗਾ। ਬਿਲਕੁਲ ਜਿਵੇਂ ਕਿ ਸੀਰੀਆ ਨੇ ਆਲਰੇਡੀ ਸਪੋਰਟ ਕਰਤਾ ਹੈ ਰਸ਼ੀਆ ਨੂੰ। ਹਾਂਜੀ ਤਾਂ ਅਗਰ ਕੰਟਰੀਜ਼ ਇੱਕ ਦੂਸਰੇ ਨੂੰ ਸਪੋਰਟ ਕਰਨ ਲੱਗਣਗੇ, ਕੋਈ ਯੂਕਰੇਨ ਦੇ ਹੱਕ 'ਚ ਆਏਗਾ, ਕੋਈ ਰਸ਼ੀਆ ਦੇ ਹੱਕ 'ਚ ਆਏਗਾ, ਤਾਂ ਵਰਲਡ ਦੋ ਹਿੱਸਿਆਂ 'ਚ ਵੰਡ ਜਾਏਗੀ, ਔਰ ਉਹਦੀ ਇੰਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਬੜੀਆਂ ਖਤਰਨਾਕ ਹੈ ਪੂਰੀ ਵਰਲਡ ਵਾਸਤੇ। ਤੇ ਪ੍ਰੈਸ ਸਾਹਿਬ, ਇਹ ਜਿਹੜੀ ਇੰਪਲੀਕੇਸ਼ਨ ਨੇ, ਜਿਹੜੀ ਇਹ ਲੜਾਈ ਹੈ, ਇਹਦਾ ਭਾਰਤ ਦੇ ਉੱਪਰ ਕੀ ਅਸਰ ਪਏਗਾ? ਭਾਰਤ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ, ਇਹਦਾ ਅਸਰ ਜਿਹੜਾ ਹੈਗਾ, ਇੱਕ ਤਾਂ ਇਕਨੋਮਿਕ ਅਸਰ ਤਾਂ ਸਿੱਧਾ ਹੈਗਾ ਕਿਉਂਕਿ ਤੇਲ ਦੀ ਵਜ੍ਹਾ ਕਰਕੇ। ਹਾਂਜੀ ਹਾਂਜੀ ਦੂਸਰੇ ਜਿਹੜਾ ਹੈਗਾ ਕਿ ਜਿਹੜਾ ਇੰਡੀਆ ਹੈ ਉਹ ਓਪਨਲੀ ਰਸ਼ੀਆ ਦੇ ਖਿਲਾਫ ਬੋਲ ਨਹੀਂ ਪਾਊਗਾ। ਤੁਹਾਨੂੰ ਪਤਾ ਹੋਊਗਾ ਕਿ 1979 ਚ ਜਿਸ ਵੇਲੇ ਸੋਵੀਅਤ ਇੰਟਰਵੈਂਸ਼ਨ ਅਫਗਾਨਿਸਤਾਨ ਚ ਹੋਈ ਹੈ, ਉਸ ਵੇਲੇ ਵੀ ਅਸੀਂ ਚੁੱਪ ਕਰ ਗਏ ਸੀਗੇ। ਹਾਂਜੀ ਕਿਉਂ ਚੁੱਪ ਕੀਤਾ ਸੀਗਾ? ਕਿਉਂਕਿ 1971 ਦਾ ਜਿਹੜਾ ਸਾਡਾ ਐਗਰੀਮੈਂਟ ਸੀਗਾ ਰਸ਼ੀਆ ਦੇ ਨਾਲ, ਸੋਵੀਅਤ ਯੂਨੀਅਨ ਦੇ ਨਾਲ, ਉਹਦੇ ਅੰਡਰ ਅਸੀਂ ਇੱਕ ਤਰ੍ਹਾਂ ਮਿਲਿਟਰੀ ਅਲਾਇੰਸ ਪਾਰਟਨਰ ਬਣ ਗਏ ਥੇ। ਅਸੀਂ ਸੋਚਿਆ ਵੀ ਚੱਲ ਚੁੱਪ ਹੀ ਕਰੋ, ਬੈਟਰ। ਉਸ ਵੇਲੇ ਇੰਦਰਾ ਗਾਂਧੀ ਆਈ ਥਿੰਕ ਪ੍ਰਾਈਮ ਮਿਨਿਸਟਰ ਸੀਗੀ, ਹਾਂਜੀ ਪ੍ਰਧਾਨ ਮੰਤਰੀ ਤੇ ਇਸੇ ਤਰੀਕੇ ਦੇ ਨਾਲ ਹੁਣ ਇੱਥੇ ਹੈ। ਅਗਰ ਸਾਡੀ ਫੋਰਨ ਪਾਲਿਸੀ ਇੰਡੀਪੈਂਡੈਂਟ ਹੈ, ਅਗਰ ਸਾਡੀ ਫੋਰਨ ਪਾਲਿਸੀ ਕਿਸੇ ਤੋਂ ਦਬਾ ਕੇ ਨਹੀਂ ਚੱਲਦੀ, ਤਾਂ ਸਾਨੂੰ ਮਿਲਿਟਰੀ ਇੰਟਰਵੈਂਸ਼ਨ ਨੂੰ ਕੰਡੈਮ ਕਰਨਾ ਚਾਹੀਦਾ। ਲੇਕਿਨ ਐਸਾ ਹੋਊਗਾ ਨਹੀਂ ਇੰਡੀਆ ਦੇ ਉੱਪਰ, ਕਿਉਂਕਿ ਇਹਦੀਆਂ ਬਹੁਤ ਇੰਪਲੀਕੇਸ਼ਨਸ ਹੈ, ਮਿਲਿਟਰੀ ਇੰਪਲੀਕੇਸ਼ਨਸ ਵੀ ਹੈ, ਇਕਨੋਮਿਕ ਇੰਪਲੀਕੇਸ਼ਨਸ ਵੀ ਹੈ, ਔਰ ਸਾਡੀ ਇੱਕ ਸੋਵੀਅਤ ਯੂਨੀਅਨ ਨਾਲ ਜਿਹੜੀ ਫਰੈਂਡਸ਼ਿਪ ਹੈ ਰਸ਼ੀਆ ਦੇ ਨਾਲ, ਜਿਹੜੀ ਕਿ ਓਵਰ ਦਾ ਈਅਰਸ ਕਾਫੀ ਥੱਲੇ ਆ ਗਈ ਹੈ, ਕਿਉਂਕਿ ਸਾਡੀਆਂ ਨਜ਼ਦੀਕੀਆਂ ਅਮਰੀਕਾ ਦੇ ਨਾਲ ਜ਼ਿਆਦਾ ਵੱਧ ਗਈਆਂ ਪਿਛਲੇ 2 ਦਹਾਕਿਆਂ ਦੇ ਵਿੱਚ। ਤਾਂ ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਰਸ਼ੀਆ ਦੇ ਨਾਲ ਸਾਡੇ ਰਿਲੇਸ਼ਨਸ਼ਿਪ 'ਚ ਪਏਗਾ, ਕਿਉਂਕਿ ਰਸ਼ੀਆ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਹੋਰ ਨੇੜੇ ਆਏਗਾ, ਔਰ ਉਹਦੀਆਂ ਇੰਪਲੀਕੇਸ਼ਨਸ ਹੋਰ ਖਤਰਨਾਕ ਹੋਣਗੀਆਂ ਸਾਡੇ ਵਾਸਤੇ। ਪ੍ਰੈਸ ਸਾਹਿਬ, ਇੱਕ ਗੱਲ ਮੇਰੇ ਹੈ, ਜਦੋਂ ਇਰਾਕ ਦੇ ਉੱਪਰ ਹਮਲਾ ਕੀਤਾ ਸੀ ਅਮਰੀਕਾ ਨੇ, ਉਹਨੇ ਸਿੱਧੇ ਤੌਰ ਤੇ ਇਸ ਗੱਲ ਨੂੰ ਜਨਮ ਨਹੀਂ ਦਿੱਤਾ ਵੀ ਕੋਈ ਦੇਸ਼ ਦੇ ਉਹ ਕਿੰਨੇ ਹਜ਼ਾਰ ਕਿਲੋਮੀਟਰ ਆਣ ਕੇ ਉਹਨੇ ਹਮਲਾ ਕੀਤਾ ਸੀਗਾ, ਤੇ ਕੋਈ ਦੇਸ਼ ਦੂਜੇ ਦੇਸ਼ ਦੇ ਉੱਪਰ ਹਮਲਾ ਕਰ ਸਕਦਾ। ਉਹਨੇ ਜਿਹੜੀ ਕੌਮਾਂਤਰੀ ਜਿਹੜੇ ਇਕਰਾਰ ਸੀਗੇ ਉਹਨਾਂ ਨੂੰ ਤੋੜਿਆ ਸੀ ਅਮਰੀਕਾ ਨੇ। ਤੇ ਉਹ ਜੀ ਗੱਲ ਜਿਹੜੀ ਆ, ਉਹ ਅਮਰੀਕਾ ਜਿਹੜਾ ਹੈ ਉਹ ਰਸ਼ੀਆ ਨੂੰ ਕਿਵੇਂ ਇਸ ਗੱਲ ਲਈ ਕਹਿ ਸਕਦਾ ਵੀ ਤੁਸੀਂ ਇਹ ਹਮਲਾ ਨਾ ਕਰੋ, ਤੁਸੀਂ ਇਹਦੇ ਤੋਂ ਰੁਕੋ? ਦੇਖੋ, ਗੱਲ ਇਹ ਹੈਗੀ ਹੈ ਕਿ ਅਗਰ ਕੋਈ ਚੀਜ਼ ਗਲਤ ਹੋਈ ਹੈ ਤਾਂ ਇਹਦਾ ਮਤਲਬ ਨਹੀਂ ਦੂਸਰੀ ਗਲਤ ਹੋ ਰਹੀ ਹੈ ਉਹ ਵੀ ਠੀਕ ਹੋ ਗਈ ਹੈ। ਹਾਂਜੀ, ਅਗਰ ਅਮਰੀਕਾ ਨੇ ਜਿਹੜਾ ਕੀਤਾ ਸੀਗਾ, ਹਾਂਜੀ, ਸ਼ਾਇਦ ਤੁਹਾਡੇ ਯਾਦ ਹੋਵੇ, ਅਮਰੀਕਾ ਨੇ ਸਾਰੇ ਰੈਜ਼ੋਲੂਸ਼ਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਚੋਂ ਪਾਸ ਕਰਾਏ थे और रशिया ने ਉਹਦਾ ਸਾਥ ਦਿੱਤਾ था। ਹਾਂਜੀ, ਉਸ ਵੇਲੇ ਰਸ਼ੀਆ ਨੇ ਕੋਈ ਵੀਟੋ ਨਹੀਂ ਕੀਤੀ ਸੀਗੀ ਇਰਾਕ ਦੇ ਉੱਪਰ ਜਦ ਹਮਲਾ ਕੀਤਾ ਗਿਆ, ਨਾ ਚਾਈਨਾ ਨੇ ਕੋਈ ਵੀਟੋ ਕੀਤੀ ਸੀਗੀ, ਕਿਉਂਕਿ ਉਸ ਵੇਲੇ ਉਹਨਾਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਸੀਗੇ, ਉਹ ਫਸੇ ਹੋਏ ਸੀਗੇ। ਤੇ ਅੱਜ ਜਿਹੜਾ ਹੈਗਾ, ਅੱਜ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਰਸ਼ੀਆ ਤੇ ਚਾਈਨਾ ਡੈਫੀਨਿਟਲੀ ਵੀਟੋ ਕਰਨਗੇ। यूनैनिमसली कोई रेजोल्यूशन यूनाइटेड नेशन सिक्योरिटी काउंसिल चो पास नहीं हो पाएगा, क्योंकि यूनाइटेड नेशन सिक्योरिटी काउंसिल दे रेजोल्यूशनां दे अंडर ही अमेरिका ने अपनी फौजां भेजियां सीगियां। इराक दे विच जद कुवैत नूं आज़ाद करवाया है
ਇਰਾਕੀ ਫੋਰਸਿਸ ਤੋਂ, ਤਾਂ ਜਿਹੜੀਆਂ 40-42 ਕੰਟਰੀਜ਼ ਦੀਆਂ ਫੌਜਾਂ ਸੀਗੀਆਂ, ਉਹਨਾਂ ਦੇ ਪਿੱਛੇ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਸੀਗੇ, ਉਹ ਅੱਜ ਨਹੀਂ ਹਨ। ਔਰ ਅਮਰੀਕਾ ਅਗਰ ਇਸ ਚੀਜ਼ ਨੂੰ ਸਿਕਿਉਰਿਟੀ ਕਾਉਂਸਲ 'ਚ ਲਿਆਏਗਾ ਤਾਂ ਰਸ਼ੀਆ ਤੇ ਚਾਈਨਾ ਉਹਨੂੰ ਵੀਟੋ ਕਰ ਦੇਣਗੇ, ਠੀਕ, ਤਾਂ ਉਹ ਮਸਲਾ ਉੱਥੇ ਡਿਸਕਸ ਨਹੀਂ ਹੋ ਪਾਏਗਾ। ਇਹ ਜਿਹੜੀ ਹੈਗੀ ਹੈ, ਆਪਾਂ ਉਹ ਦੋ ਡਿਫਰੈਂਟ, ਉਹ ਜਿਹੜਾ ਇਰਾਕ ਦਾ ਕ੍ਰਾਈਸਿਸ ਤਾਂ ਉਹ ਬਿਲਕੁਲ ਡਿਫਰੈਂਟ था, ਔਰ ਇਹ ਕ੍ਰਾਈਸਿਸ ਜਿਹੜਾ ਹੈਗਾ ਬਿਲਕੁਲ ਡਿਫਰੈਂਟ ਕਿਸਮ ਦਾ ਕ੍ਰਾਈਸਿਸ ਹੈ। ਵੇ ਆਊਟ ਕੀ ਹੈ? ਦੇਖੋ ਜੀ, ਵੇ ਆਊਟ ਡਿਪਲੋਮੈਟਿਕ ਹੈ, ਕਿਉਂਕਿ ਵੱਡੇ ਤੋਂ ਵੱਡੇ ਮਸਲੇ ਅਕ੍ਰੋਸ ਦਾ ਟੇਬਲ ਹੱਲ ਹੋ ਜਾਂਦੇ ਹਨ। ਅਗਰ ਤੁਸੀਂ ਕਹੋ ਕਿ ਇਹਦਾ ਮਿਲਟਰੀ ਸੋਲੂਸ਼ਨ ਨਿਕਲੇਗਾ, ਮਿਲਟਰੀ ਸੋਲੂਸ਼ਨ ਕੋਈ ਨਹੀਂ ਨਿਕਲ ਸਕਦਾ, ਕਿਉਂਕਿ ਕਿਸੇ ਵੀ ਕੰਟਰੀ ਨੂੰ ਰਸ਼ੀਆ ਆਪਣੇ ਯੂਕਰੇਨ ਦੀ 4 ਕਰੋੜ ਦੇ ਕਰੀਬ ਪਾਪੂਲੇਸ਼ਨ ਹੈ। ਹਾਂਜੀ ਹਾਂਜੀ, ਤੁਸੀਂ ਅਗਰ ਉੱਥੇ 10 ਲੱਖ 12 ਲੱਖ ਆਰਮੀ ਭੇਜ ਵੀ ਦਵੋ ਤਾਂ ਤੁਸੀਂ 4 ਕਰੋੜ ਪਾਪੂਲੇਸ਼ਨ ਨੂੰ ਪਰਮਾਨੈਂਟਲੀ ਸਬਜੂਗੇਟ ਕਰਕੇ ਨਹੀਂ ਰਹਿ ਸਕਦੇ, ਬਿਲਕੁਲ, ਅਗਰ ਉਹ ਉਹਨਾਂ ਦੇ ਖਿਲਾਫ ਹੈ। ਇਸ ਕਰਕੇ ਮਿਲਟਰੀ ਸੋਲੂਸ਼ਨ ਹੀ ਇੱਕ ਸੋਲੂਸ਼ਨ ਹੈ, ਜਿਹਦੇ ਥਰੂ ਡਿਪਲੋਮੈਟਿਕ ਸੋਲੂਸ਼ਨ ਹੀ ਇੱਕ ਸੋਲੂਸ਼ਨ ਹੈ ਜਿਹਦੇ ਥਰੂ ਤੁਸੀਂ ਇਸ ਮਸਲੇ ਦਾ ਹੱਲ ਲੱਭ ਸਕਦੇ ਹੋ। ਅਦਰਵਾਈਜ਼ ਇਹ ਲਿੰਗਰ ਔਨ ਹੋਏਗੀ, ਔਰ ਕੋਈ ਵੀ ਲੜਾਈ ਅਗਰ ਲਿੰਗਰ ਔਨ ਹੁੰਦੀ ਹੈ ਤਾਂ ਉਹਦੀਆਂ ਇੰਪਲੀਕੇਸ਼ਨਸ ਦੋਨਾਂ ਕੰਟਰੀਜ਼ ਦੇ ਉੱਪਰ ਹੋਣਗੀਆਂ, ਇੰਟਰਨੈਸ਼ਨਲ ਸਿਸਟਮ ਤੇ ਵੀ ਹੋਣਗੀਆਂ, ਯੂਨਾਈਟਿਡ ਨੇਸ਼ਨਸ ਦੀ ਫੰਕਸ਼ਨਿੰਗ ਤੇ ਵੀ ਹੋਣਗੀਆਂ, ਔਰ ਵਰਲਡ ਦੀ ਇਕਨੋਮੀ ਦੇ ਉੱਪਰ ਵੀ ਹੋਣਗੀਆਂ। ਅਸੀਂ ਤਾਂ ਪ੍ਰੈਸ਼ਰ ਵੇ ਸਟੇਜ ਤੇ ਕੰਮ ਨਹੀਂ ਕਰ ਸਕਦੇ ਹਾਂ। ਜਿਹੜੀ ਕਨਫਲਿਕਟ ਹੈ, ਜਿਹੜਾ ਲੜਾਈ ਹੈ, ਇਹ ਜਲਦੀ ਤੋਂ ਜਲਦੀ ਖਤਮ ਹੋਵੇ ਤਾਂ ਕਿ ਮਨੁੱਖੀ ਜਾਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਤੇ ਇੱਥੇ ਅਸੀਂ ਜਨਾਬ, ਹਾਂਜੀ ਥੈਂਕ ਯੂ, ਅਸੀਂ ਜਨਾਬ ਇਹ ਚੀਜ਼ਾਂ ਡਿਸਕਸ ਕਰਕੇ ਘੱਟੋ ਘੱਟ ਤੁਹਾਡੇ ਜਿਹੜੇ ਸ਼ੋਤਾ ਹੈ ਉਹਨਾਂ ਨੂੰ ਅਵੇਅਰ ਤਾਂ ਕਰ ਸਕਦੇ ਹਾਂ ਕਿ ਐਕਚੁਅਲ ਹੋ ਕੀ ਰਿਹਾ, ਔਰ ਇਹ ਤੁਹਾਡੀ ਐਫਰਟ ਹੈ। ਤੁਸੀਂ ਇਸ ਵਾਸਤੇ ਵਧਾਈ ਦੇ ਪਾਤਰ ਹੋ ਕਿ ਤੁਸੀਂ ਇਸ ਇਸ਼ੂ ਨੂੰ ਅੱਜ ਹੀ ਚੱਕਿਆ ਔਰ ਲੋਕਾਂ ਤੱਕ ਪਹੁੰਚਾਇਆ। ਥੈਂਕ ਯੂ ਡਾਕਟਰ ਸਾਹਿਬ, ਸਾਡੇ ਨਾਲ ਇਹ ਸ਼ੋਅ 'ਚ ਜੁੜਨ ਲਈ। ਅਸੀਂ ਇੱਥੇ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਧੰਨਵਾਦ।